50% ਕੈਂਡੀਡੇਟਸ ਨੂੰ ਪ੍ਰੋਬਲਮ ਆਉਂਦੀ ਹੈ ਮਲਟੀਪਲ ਚੋਇਸ ਕੁਐਸਚਨਸ ਵਿੱਚ। ਕਿਉਂ? ਜਾਂ ਤਾਂ ਉਹਨਾਂ ਨੂੰ ਜਿਹੜੀ ਇਨਫੋਰਮੇਸ਼ਨ ਮਿਲੀ ਹੁੰਦੀ ਹੈ ਪੈਸੇਜ ਵਿੱਚ ਉਹ ਲੱਭ ਨਹੀਂ ਪਾਉਂਦੇ, ਜਾਂ ਫਿਰ ਉਹਨਾਂ ਨੂੰ ਸਮਝ ਨਹੀਂ ਆਉਂਦੀ ਜਿਹੜੀ ਇਨਫੋਰਮੇਸ਼ਨ ਹੁੰਦੀ ਹੈ। ਦੂਜਾ ਰੀਜ਼ਨ ਹੈ ਕਿ ਜਿਹੜੇ ਕੁਐਸਚਨਸ ਵਿੱਚ ਗਲਤ ਇਨਫੋਰਮੇਸ਼ਨ ਮਿਲੀ ਹੈ, ਜਿਹੜੀ ਪੈਸੇਜ ਵਿੱਚ ਸਹੀ ਇਨਫੋਰਮੇਸ਼ਨ ਹੈਗੀ ਆ, ਉਹ ਉਹਨਾਂ ਦੋਵਾਂ ਵਿੱਚ ਨਾ ਫਰਕ ਨਹੀਂ ਦੱਸ ਪਾਉਂਦੇ ਵੀ ਸਹੀ ਕਿਹੜਾ ਤੇ ਗਲਤ ਕਿਹੜਾ, ਉਹਦੇ ਕਰਕੇ ਉਹਨਾਂ ਦੇ ਆਨਸਰਸ ਗਲਤ ਹੋ ਜਾਂਦੇ ਆ। ਤਾਂ ਆਇਲਸ ਮਲਟੀਪਲ ਚੋਇਸ ਕੁਐਸਚਨਸ ਵਿੱਚ ਤੁਹਾਡਾ ਰੀਡਿੰਗ ਕੰਪਰੀਹੈਂਸ਼ਨ ਨੂੰ ਟੈਸਟ ਕੀਤਾ ਜਾਂਦਾ ਹੈ ਕਿ ਤੁਸੀਂ ਜਿਹੜਾ ਰੀਡ ਕਰ ਰਹੇ ਹੋ, ਜਿਹੜੇ ਤੁਸੀਂ ਵਰਡਸ ਨੂੰ ਰੀਡ ਕਰ ਰਹੇ ਹੋ, ਤੁਹਾਨੂੰ ਉਹ ਸਮਝ ਆ ਰਹੀ ਹੈ ਕਿ ਨਹੀਂ, ਤੁਸੀਂ ਉਹਨੂੰ ਕੰਪਰੀਹੈਂਡ ਕਰ ਪਾ ਰਹੇ ਹੋ ਕਿ ਨਹੀਂ, ਤੁਹਾਡੀ ਵੋਕੈਬਲਰੀ ਕਿੰਨੀ ਸਟਰੋਂਗ ਹੈਗੀ ਆ। ਤਾਂ ਉਹ ਗੱਲਾਂ ਟੈਸਟ ਹੁੰਦੀਆਂ। ਅਤੇ ਮਲਟੀਪਲ ਚੋਇਸ ਕੁਐਸਚਨਸ ਵਿੱਚ ਉਹ ਤੁਹਾਨੂੰ ਐਂ ਵੀ ਪੁੱਛ ਸਕਦੇ ਆ ਕਿ ਪੂਰੇ ਪੈਸੇਜ ਦਾ ਮਤਲਬ ਕੀ ਹੈ, ਜਾਂ ਫਿਰ ਪੈਸੇਜ ਵਿੱਚੋਂ ਪੈਰਾਗ੍ਰਾਫ ਦਾ ਮਤਲਬ ਕੀ ਹੈ। ਆਹ ਚੀਜ਼ਾਂ ਵੀ ਕਵਰ ਹੁੰਦੀਆਂ। ਤਾਂ ਆਪਾਂ ਨੂੰ ਉਹ ਇਨਫੋਰਮੇਸ਼ਨ, ਸਹੀ ਇਨਫੋਰਮੇਸ਼ਨ ਲੱਭਣ ਨੂੰ 3 ਟੈਕਨੀਕਾਂ ਦੀ ਲੋੜ ਹੈਗੀ ਹੈ। ਤਾਂ ਉਹ ਲੈਟਸ ਕਵਰ ਦੋਜ਼। ਸਭ ਤੋਂ ਪਹਿਲਾਂ ਸਕੈਨਿੰਗ ਆ ਗਈ। ਤਾਂ ਸਕੈਨਿੰਗ ਹੁੰਦੀ ਕੀ ਹੈ? ਆਪਾਂ ਕੋਈ ਕੀਵਰਡ ਚੁੱਕ ਲਿਆ ਕੁਐਸਚਨ ਵਿੱਚੋਂ, ਇੱਕ ਪ੍ਰੋਪਰ ਨਾਊਨ ਹੋ ਸਕਦਾ ਹੈ, ਕੋਈ ਨੰਬਰ ਹੋ ਸਕਦਾ ਹੈ, ਕੋਈ ਵਰਬ ਹੋ ਸਕਦਾ ਹੈ, ਬੇਸਿਕਲੀ ਕੋਈ ਇਨਫੋਰਮੇਸ਼ਨ ਜਿਹੜੀ ਆਪਾਂ ਲੱਭਣੀ ਹੈ ਕੁਐਸਚਨ ਵਿੱਚ, ਉਹ ਆਪਾਂ ਕੀਵਰਡ ਚੁੱਕ ਲਿਆ ਅਤੇ ਉਹਦੇ ਬਾਰੇ ਆਪਾਂ ਸਕੈਨ ਕੀਤਾ ਪੈਸੇਜ ਵਿੱਚ। ਤੁਸੀਂ ਸਾਰੇ ਪੈਸੇਜ ਨੂੰ ਪੜ੍ਹਨਾ ਨਹੀਂ ਹੈਗਾ, ਤੁਸੀਂ ਸਿਰਫ ਉਹ ਵਰਡ ਲਈ ਸਕੈਨ ਕਰਨੇ ਕਿ ਇਹ ਵਰਡ ਕਿੱਥੇ ਹੈਗਾ। ਜਦੋਂ ਉਹ ਵਰਡ ਮਿਲ ਗਿਆ, ਤੁਸੀਂ ਉਹਦੇ ਸੈਂਟੈਂਸ ਚੈੱਕ ਕਰੋ ਕਿ ਇਨਫੋਰਮੇਸ਼ਨ ਕੀ ਦਿੱਤੀ ਗਈ ਆ ਉੱਥੇ, ਅਤੇ ਜਦੋਂ ਤੁਹਾਨੂੰ ਉਹ ਮਿਲ ਗਿਆ ਤਾਂ ਤੁਸੀਂ ਆਪਣਾ ਆਨਸਰ ਵੇਖ ਸਕਦੇ ਹੋ। ਤਾਂ ਲੈਟਸ ਲੁੱਕ ਐਟ ਦਿਸ ਐਗਜ਼ਾਮਪਲ। ਠੀਕ ਹੈ, ਆਹ ਪੈਸੇਜ ਵੇਖੋ ਅਤੇ ਆਹ ਕੁਐਸਚਨ ਨੂੰ ਚੈੱਕ ਕਰੋ। ਮੈਂ ਤੁਹਾਨੂੰ 15 ਸੈਕਿੰਡ ਦਿੰਦਾ, ਤੁਸੀਂ ਵੇਖੋ ਤੁਹਾਡਾ ਕੀ ਆਨਸਰ ਮਿਲਦਾ। ਓਕੇ, ਤਾਂ ਤੁਸੀਂ ਆਨਸਰ ਲੱਭ ਲਿਆ। ਤੁਹਾਨੂੰ ਆਨਸਰ ਲੱਭਣ ਲਈ ਕਿੰਨਾ ਟਾਈਮ ਲੱਗਿਆ ਅਤੇ ਤੁਸੀਂ ਪੈਸੇਜ ਕਿੰਨਾ ਰੀਡ ਕੀਤਾ? ਤੁਸੀਂ ਸਾਰਾ ਪੈਸੇਜ ਪੜ੍ਹਨਾ ਪਿਆ ਤੁਹਾਨੂੰ ਆਨਸਰ ਲੱਭਣ ਲਈ, ਕਿ ਤੁਸੀਂ ਬਸ 2-4 ਸੈਂਟੈਂਸ ਪੜ੍ਹ ਕੇ ਆਨਸਰ ਲੱਭ ਲਿਆ ਸੀ? ਅਤੇ ਇਹਦਾ ਆਨਸਰ ਵੈਸੇ ਕਲਰਸ ਹੈਗਾ। ਤਾਂ ਤੁਸੀਂ ਕੀ ਆਨਸਰ ਲੱਭਿਆ ਸੀਗਾ? ਹੁਣ ਮੈਂ ਤੁਹਾਨੂੰ ਦੱਸਦਾ ਆਪਾਂ ਇਹਨੂੰ, ਇਹ ਕੁਐਸਚਨ ਨੂੰ ਆਪਾਂ ਕਿਵੇਂ ਡੀਲ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਆਪਾਂ ਕੀਵਰਡਸ ਕੀ ਪਿਕ ਕਰਨੇ, ਜਿਹਦੇ ਲਈ ਸਕੈਨ ਕਰਨਾ। ਨਿਊਟਨ ਨਹੀਂ ਪਿਕ ਕਰਨਾ ਕਿਉਂਕਿ ਉਹ ਹੈਡਿੰਗ ਵਿੱਚ ਹੈਗਾ। ਠੀਕ ਹੈ, ਕਿ ਉਹਦੇ ਹੈਡਿੰਗ 'ਚ ਹੋਣ ਕਰਕੇ ਉਹ ਪੈਸੇਜ ਵਿੱਚ ਹਰੇਕ ਜਗ੍ਹਾ ਨਿਊਟਨ ਹੋਊਗਾ, ਤਾਂ ਉਹ ਰੀਡ ਕਰਨਾ that will be waste of your time। ਉਹਦੀ ਜਗ੍ਹਾ ਤੁਸੀਂ ਚੱਕੋ, ਸਭ ਤੋਂ ਪਹਿਲਾਂ ਕਲਰਸ ਵੇਖ ਲਓ, ਉਸ ਤੋਂ ਬਾਅਦ ਤੁਸੀਂ ਵਾਈਟ ਲਾਈਟ ਨੂੰ ਚੱਕੋ, ਉਸ ਤੋਂ ਬਾਅਦ ਤੁਸੀਂ ਡਿਫਰੈਂਟ ਨੂੰ ਚੱਕੋ। ਠੀਕ ਹੈ, ਹੁਣ ਇਹਦੇ ਲਈ ਆਪਾਂ ਸਕੈਨ ਕਰਨਾ ਸ਼ੁਰੂ ਕਰਦੇ ਹਾਂ। ਜਦੋਂ ਤੁਸੀਂ ਇਹਦੇ ਲਈ ਸਕੈਨ ਕਰਨਾ ਸ਼ੁਰੂ ਕੀਤਾ, ਤੁਹਾਨੂੰ ਪਹਿਲੇ ਪੈਰਾਗ੍ਰਾਫ ਦੀ ਦੂਜੀ ਲਾਈਨ ਵਿੱਚ ਕੀ ਮਿਲਿਆ? ਮਿਕਸਚਰ ਆਫ ਇਮਿਊਟੇਬਲ ਸਪੈਕਟਰਲ ਕਲਰਸ ਐਂਡ ਦ ਫਾਰਮੂਲੇਸ਼ਨ ਆਫ ਕੈਲਕੂਲਸ। ਤੁਹਾਨੂੰ ਆਪਣਾ ਆਨਸਰ ਇੱਥੇ ਮਿਲ ਗਿਆ। ਠੀਕ ਹੈ, ਆਨਸਰ ਉਹਦਾ ਕੀ ਸੀਗਾ? ਕਲਰਸ। ਦੇਅਰ ਵੀ ਗੋ। ਆਪਾਂ ਕੀਵਰਡ ਚੁੱਕਿਆ, ਉਹਦੇ ਲਈ ਸਕੈਨ ਕੀਤਾ, ਆਪਾਂ ਨੂੰ ਸਾਰਾ ਨਹੀਂ ਪੜ੍ਹਨਾ ਪਿਆ, ਜਿਸ ਲਾਈਕ ਆਪਾਂ ਉਹ ਵਰਡ ਲਈ ਚੈੱਕ ਕਰ ਰਹੇ ਹਾਂ। ਠੀਕ ਹੈ, ਜਾਂ ਕਲਰਸ ਹੋ ਗਿਆ, ਜਾਂ ਡਿਫਰੈਂਟ ਹੋ ਗਿਆ, ਜਾਂ ਵਾਈਟ ਲਾਈਟ ਹੋ ਗਈ। ਜਿੱਥੇ ਇਹ ਮਿਲ ਗਏ ਅਤੇ ਆਪਣੀ ਇਨਫੋਰਮੇਸ਼ਨ ਟੈਲੀ ਕਰ ਰਹੀ ਹੈ ਕਿ ਐਗਜ਼ੈਕਟਲੀ ਮੈਚ ਹੋ ਰਹੀ ਹੈ, ਪਿਕ ਇਟ ਅਪ, ਆਨਸਰ ਲਾਓ ਆਪਣਾ ਅਤੇ ਅੱਗੇ ਚੱਲੋ। ਠੀਕ ਹੈ, ਨਾਓ ਲੈਟਸ ਲੁੱਕ ਐਟ ਕੁਐਸਚਨ ਨੰਬਰ 2। ਤਾਂ ਤੁਹਾਨੂੰ ਆਨਸਰ ਕੀ ਮਿਲਿਆ ਇਹਦੇ 'ਚ? ਵੈਲ, ਇਫ ਯੂ ਵੰਡਰਿੰਗ, ਆਨਸਰ ਇਜ਼ ਕੈਮਿਸਟਰੀ। ਠੀਕ ਹੈ, ਤਾਂ ਆਪਾਂ ਨੂੰ ਕੁਐਸਚਨ ਨੂੰ ਕਿਵੇਂ ਹੈਂਡਲ ਕਰਨਾ? ਸਭ ਤੋਂ ਪਹਿਲਾਂ ਤੁਸੀਂ ਕੀਵਰਡ ਇਹਦੇ 'ਚੋਂ ਕੀ ਪਿਕ ਕੀਤਾ? ਐਲਕਮੀ ਨਹੀਂ ਪਿਕ ਕਰਨਾ, ਟਾਈਟਲ ਵਿੱਚ ਆ ਰਿਹਾ, ਤਾਂ ਫੋਰਗੇਟ ਅਬਾਊਟ ਐਲਕਮੀ। ਉਸ ਤੋਂ ਬਾਅਦ ਤੁਹਾਨੂੰ 3 ਆਪਸ਼ਨ ਮਿਲੇ ਆ, ਉਹ 3 ਆਪਸ਼ਨਸ ਨੂੰ ਚੱਕ ਲਓ, ਵੇਖ ਲਓ ਉਹਨਾਂ ਵਿੱਚ ਆਰਟ ਆ ਗਿਆ। ਠੀਕ ਹੈ, ਉਸ ਤੋਂ ਬਾਅਦ ਕੈਮਿਸਟਰੀ ਆ ਗਿਆ, ਅਤੇ ਉਸ ਤੋਂ ਬਾਅਦ ਆ ਗਿਆ ਜਿਹੜਾ ਥੋੜ੍ਹਾ ਮਿਸਟੀਰੀਅਸ ਹੈਗਾ। ਇਹਦੇ ਲਈ ਸਕੈਨ ਕਰੋ। ਠੀਕ ਆ, ਕਿਉਂਕਿ ਮਲਟੀਪਲ ਚੋਇਸ ਕੁਐਸਚਨਸ ਇੱਕ ਸੇਮ ਉਹਦੇ 'ਚ ਪੈਟਰਨ 'ਚ ਆ ਰਹੇ ਆ ਕਿ ਜਿੱਦਾਂ ਇਨਫੋਰਮੇਸ਼ਨ ਫਲੋ ਹੁੰਦੀ ਹੈ ਪੈਸੇਜ ਵਿੱਚ, ਉੱਦਾਂ ਹੀ ਤੁਹਾਨੂੰ ਮਲਟੀਪਲ ਚੋਇਸ ਕੁਐਸਚਨਸ ਫਲੋ ਹੋ ਰਹੇ ਆ ਇੱਥੇ। ਤਾਂ ਆਪਾਂ ਉੱਤੇ ਵਾਲੀ ਲਾਈਨ ਨੂੰ ਛੱਡ ਦਿਓ ਕਿਉਂਕਿ ਉਹ ਕਵਰ ਹੋ ਚੁੱਕੀ ਹੈ, ਉਹ ਥੱਲੇ ਵਾਲੀ ਲਾਈਨ ਤੋਂ ਸ਼ੁਰੂ ਕਰੋ ਸਕੈਨ ਕਰਨਾ। ਤੁਹਾਨੂੰ ਪੈਰਾਗ੍ਰਾਫ ਦੇ ਆਖਰੀ ਸੈਂਟੈਂਸ ਵਿੱਚ ਕੀ ਮਿਲਿਆ? ਕੈਮਿਸਟਰੀ। ਜਾਂ ਉੱਥੇ ਤੁਹਾਡਾ ਆਨਸਰ ਸੀਗਾ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਸਕੈਨ ਕਿਵੇਂ ਕਰਨਾ, ਬਟ ਤੁਹਾਨੂੰ ਇਹ ਵੀ ਪਤਾ ਹੋਣਾ ਚਾਹੀਦਾ ਤੁਸੀਂ ਸਕੈਨ ਕਿੱਥੇ ਕਰਨਾ। ਜੇ ਤੁਹਾਨੂੰ ਉਹ ਪਤਾ ਲੱਗ ਜਾਂਦਾ ਨਾ ਕਿ ਵੀ ਸਕੈਨ ਕਿਵੇਂ ਕਰਨਾ ਅਤੇ ਕਿੱਥੇ ਕਰਨਾ, ਤਾਂ ਤੁਹਾਡਾ ਟਾਈਮ ਬਹੁਤ ਬਚ ਜਾਊਗਾ। ਕਿਉਂਕਿ ਕਿੱਥੇ ਤੁਹਾਨੂੰ ਪੂਰਾ ਪੈਸੇਜ ਸਕੈਨ ਕਰਨਾ ਅਤੇ ਕਿੱਥੇ ਤੁਹਾਨੂੰ ਪਤਾ ਹੈ ਕਿ ਹਾਂ ਵੀ ਪਹਿਲੇ ਪੈਰਾਗ੍ਰਾਫ 'ਚ ਇਨਫੋਰਮੇਸ਼ਨ ਨਹੀਂ ਹੋ ਸਕਦੀ, ਇਹਦੀ ਤੀਜੇ ਚੌਥੇ ਪੈਰਾਗ੍ਰਾਫ ਵਿੱਚ ਹੋਊਗੀ। ਉਹ ਸਕਿੱਲ ਡਿਵੈਲਪ ਕਰਨ ਲਈ ਤੁਹਾਨੂੰ ਸਕਿਮਿੰਗ ਆਉਣੀ ਚਾਹੀਦੀ ਹੈ, ਰਾਈਟ। ਤਾਂ ਸਕਿਮਿੰਗ ਤੁਹਾਨੂੰ ਇਹ ਗੱਲ ਦੀ ਬਹੁਤ ਹੈਲਪ ਕਰੂਗੀ। ਤਾਂ ਲੈਟਸ ਹੈਵ ਅ ਲੁੱਕ ਐਟ ਸਕਿਮਿੰਗ ਕਰਦੇ ਕਿਵੇਂ ਆ। ਓਕੇ, ਹੁਣ ਆਪਾਂ ਸਕਿਮਿੰਗ ਲਈ ਆਹ ਕੁਐਸਚਨ ਚੈੱਕ ਕਰਦੇ ਹਾਂ। ਤੁਹਾਨੂੰ ਮੈਂ 1 ਮਿੰਟ ਦਿੰਦਾ, ਪੈਸੇਜ ਦੇਖੋ ਟਰਾਈ ਕਰਨ ਦਾ, ਰੀਡ ਕਰਨ ਦਾ, ਤੁਹਾਨੂੰ ਕੀ ਇਨਫੋਰਮੇਸ਼ਨ ਮਿਲ ਰਹੀ ਹੈ। ਕੁਐਸਚਨ ਨੂੰ ਚੈੱਕ ਕਰੋ, ਤੁਹਾਡੇ ਕੋਲ ਇਨਫੋਰਮੇਸ਼ਨ ਕੀ ਉਹਦੇ 'ਚ ਤੁਹਾਨੂੰ ਲੱਭਣੀ ਪੈਣੀ ਹੈ। ਤਾਂ ਫਿਰ ਆਪਾਂ ਇਹਨੂੰ ਦੇਖਦੇ ਨੂੰ ਹੈਂਡਲ ਕਿਵੇਂ ਕਰਨਾ। ਗੋ ਹੈਡ, ਹੈਵ ਅ ਲੁੱਕ। ਓਕੇ, ਤਾਂ ਤੁਹਾਨੂੰ ਇੱਥੇ 5 ਸਟੇਟਮੈਂਟਸ ਮਿਲੀਆਂ, ਰਾਈਟ। ਤੁਸੀਂ 5 ਵਿੱਚੋਂ ਸਟੇਟਮੈਂਟਾਂ ਵਿੱਚ 2 ਲੱਭਣੀਆਂ ਜਿਨ੍ਹਾਂ ਬਾਰੇ ਆਥਰ ਇਹਦੇ ਵਿੱਚ ਗੱਲ ਕਰ ਰਿਹਾ ਆਪਣੀ ਪੈਸੇਜ ਵਿੱਚ। ਤਾਂ ਹੁਣ ਤੁਸੀਂ ਉਹ 2 ਜਿਹੜੀਆਂ ਸਟੇਟਮੈਂਟਸ ਹੈਗੀਆਂ ਕਿਵੇਂ ਲੱਭਣੀਆਂ? ਸਾਰਾ ਪੈਸੇਜ ਰੀਡ ਕਰਨ ਤੋਂ ਰਹੇ, ਰਾਈਟ, ਕਿਉਂਕਿ ਜੇ ਸਾਰਾ ਪੈਸੇਜ ਰੀਡ ਕਰਨ ਲੱਗ ਗਏ ਤੁਹਾਡੇ ਕੋਲ ਟਾਈਮ ਕਿੰਨਾ ਕੁ ਹੈਗਾ? ਦੈਟਸ ਅ ਲੋਟ ਆਫ ਰੀਡਿੰਗ ਟੂ ਡੂ। ਤਾਂ ਆਪਾਂ ਉਹ ਨਹੀਂ ਕਰ ਸਕਦੇ।
ਤਾਂ ਦਿਸ ਇਜ਼ ਵੇਅਰ ਸਕਿਮਿੰਗ ਕਮਸ ਇਨਟੂ ਪਲੇ। ਹੁਣ ਆ ਵੇਖੋ ਆਪਾਂ ਇਹਨੂੰ ਕਿਵੇਂ ਹੈਂਡਲ ਕਰਨਾ। ਸਭ ਤੋਂ ਪਹਿਲਾਂ ਆ ਜਾਓ, ਠੀਕ ਹੈ, ਤੁਸੀਂ ਕੁਐਸਚਨ ਵੇਖੋ, ਕੁਐਸਚਨ 'ਚ ਪੁੱਛਿਆ ਕੀ ਜਾ ਰਿਹਾ। ਉਹ ਮੰਗ ਰਿਹਾ 2 ਪੁਆਇੰਟਸ ਜਿਹਦੇ ਬਾਰੇ ਆਥਰ ਨੇ ਗੱਲ ਕੀਤੀ ਹੋਵੇ, ਰਾਈਟ। ਤਾਂ ਆਪਾਂ ਹੁਣ 5 'ਚੋਂ 2 ਲੱਭਣੇ ਆ। ਦੇਅਰ ਵੀ ਗੋ। ਸਭ ਤੋਂ ਪਹਿਲਾਂ ਆਪਾਂ ਨੂੰ ਪਤਾ ਲੱਗ ਗਿਆ ਆਪਾਂ ਕੀ ਕਰਨਾ। ਉਸ ਤੋਂ ਬਾਅਦ ਹੁਣ ਆਪਾਂ ਕੀਵਰਡਸ ਪਿਕ ਕਰਨੇ ਆ ਇੱਥੇ। ਤਾਂ ਇੱਥੇ ਆਪਾਂ ਕੀਵਰਡਸ ਕਿਹੜੇ ਪਿਕ ਕਰਨੇ ਆ, ਲੈਟਸ ਹੈਵ ਅ ਲੁੱਕ। ਪਹਿਲੀ ਸਟੇਟਮੈਂਟ ਵਿੱਚੋਂ ਆਪਾਂ ਫੂਡ ਚੱਕ ਲਿਆ ਅਤੇ ਫਿਸ਼ ਚੱਕ ਲਈ, ਰਾਈਟ। ਉਹ ਤੋਂ ਅਗਲੀ ਸਟੇਟਮੈਂਟ ਵਿੱਚੋਂ ਆਪਾਂ ਪਿਕ ਕਰ ਲਈ ਬਲੂਫਿਨ ਟਿਊਨਾ ਅਤੇ ਰੈਗੂਲੇਸ਼ਨਸ। ਉਹ ਤੋਂ ਅਗਲੀ ਸਟੇਟਮੈਂਟ ਵਿੱਚ ਫੇਵਰ, ਰੈਗੂਲੇਸ਼ਨਸ, ਵਾਟਰਸ। ਅਤੇ ਉਸ ਤੋਂ ਬਾਅਦ ਜਿਹੜੀ ਅਗਲੀ ਸਟੇਟਮੈਂਟ ਹੈਗੀ ਆ ਉਹਦੇ ਵਿੱਚ ਤੁਸੀਂ ਪਿਕ ਕਰ ਲਓ ਫਿਸ਼ਿੰਗ, ਸਾਲਮਨ, ਵੇਸਟ ਆਫ ਰੀਸੋਰਸਿਸ। ਜਿਹੜਾ ਫਾਈਨਲ ਕੁਐਸਚਨ ਹੈਗਾ ਉਹਦੇ 'ਚ ਪਿਕ ਕਰੋ ਰਿਸਟ੍ਰਿਕਟ ਐਂਡ ਸ਼ੈਲਫਿਸ਼। ਓਕੇ, ਆਪਾਂ ਕੀਵਰਡਸ ਪਿਕ ਕਰ ਲਏ। ਹੁਣ ਆਪਾਂ ਆਨਸਰਸ ਨੂੰ ਰੀਡ ਕਰਕੇ ਸਮਝਣਾ ਹੈ ਕਿ ਆਨਸਰ ਵਿੱਚ ਉਹ ਕਹਿ ਕੀ ਰਿਹਾ, ਵੀ ਆਪਾਂ ਨੂੰ ਕੀ ਲੱਭਣ ਦੀ ਲੋੜ ਹੈਗੀ ਹੈ, ਫਰਕ ਕੀ ਹੈਗਾ, ਠੀਕ ਹੈ। ਤਾਂ ਹੁਣ ਕੁਐਸਚਨਸ ਇੱਕ ਵਾਰ ਦੁਬਾਰਾ ਆਨਸਰ ਨੂੰ ਰੀਡ ਕਰੋ ਅਤੇ ਤੁਸੀਂ ਸਮਝੋ ਕਿ ਆਨਸਰ ਹੈ ਕੀ। ਹੁਣ ਲੈਟਸ ਸਟਾਰਟ ਸਕਿਮਿੰਗ। ਸਕਿਮਿੰਗ 'ਚ ਆਪਾਂ ਕੀ ਕਰਨਾ, ਸਭ ਤੋਂ ਪਹਿਲਾਂ ਪੈਰਾਗ੍ਰਾਫ ਦੀ ਪਹਿਲੇ ਸੈਂਟੈਂਸ ਨੂੰ ਪੜ੍ਹ ਲਓ, ਦੇਖੋ ਉਹਦੇ 'ਚ ਕੀ ਲਿਖਿਆ ਹੋਇਆ। ਉਸ ਤੋਂ ਬਾਅਦ ਆਖਰੀ ਸੈਂਟੈਂਸ ਨੂੰ ਪੜ੍ਹੋ, ਦੇਖੋ ਉਹਦੇ ਵਿੱਚ ਕੀ ਲਿਖਿਆ ਹੋਇਆ। ਇਹਦੇ ਨਾਲ ਤੁਹਾਨੂੰ ਪਤਾ ਲੱਗ ਜਾਊਗਾ ਇਹ ਪੈਰਾਗ੍ਰਾਫ ਹੈ ਕਾਹਦੇ ਬਾਰੇ, ਠੀਕ ਹੈ। ਹਰੇਕ ਪੈਰਾਗ੍ਰਾਫ ਦੇ ਪਹਿਲੇ ਸੈਂਟੈਂਸ ਆਖਰੀ ਸੈਂਟੈਂਸ 'ਤੇ ਨਿਗਾਹ ਮਾਰੋ, ਦੇਖੋ ਇਹਦੇ 'ਚ ਮਤਲਬ ਕੀ ਨਿਕਲ ਰਿਹਾ। ਤੁਹਾਨੂੰ ਪੂਰੇ ਪੈਸੇਜ ਦਾ ਨਾ ਉਹਦੇ ਨਾਲ ਲੇਆਊਟ ਮਿਲ ਜੂਗਾ ਕਿ ਲਾਈਕ ਕਿਹੜੇ ਪੈਸੇਜ ਵਿੱਚ, ਕਿਹੜੇ ਪੈਰਾਗ੍ਰਾਫ ਵਿੱਚ ਕੀ ਇਨਫੋਰਮੇਸ਼ਨ ਪਈ ਹੈ, ਠੀਕ ਹੈ। ਹੈਵ ਅ ਗੋ ਐਟ ਇਟ। ਓਕੇ, ਸਕਿਮ ਕਰ ਲਿਆ ਤੁਸੀਂ ਪੈਰਾਗ੍ਰਾਫ ਦੀ ਪਹਿਲਾ ਸੈਂਟੈਂਸ, ਆਖਰੀ ਸੈਂਟੈਂਸ ਰੀਡ ਕਰ ਲਿਆ। ਓਕੇ, ਹੁਣ ਆਪਾਂ ਇਹਦਾ ਆਨਸਰ ਚੈੱਕ ਕਰਦੇ ਹਾਂ, ਇਹਦਾ ਆਨਸਰ ਲੱਭਣਾ ਕਿਵੇਂ ਹੈ। ਲੈਟਸ ਸਟਾਰਟ। ਸਭ ਤੋਂ ਪਹਿਲਾਂ ਆ ਜੋ ਉਹ ਗੱਲ ਕਰ ਰਿਹਾ ਫਿਸ਼ ਦੀ ਅਤੇ ਫੂਡ ਦੀ, ਰਾਈਟ। ਆਪਾਂ ਸਭ ਤੋਂ ਪਹਿਲੇ ਪੈਰਾਗ੍ਰਾਫ ਵਿੱਚ ਆ ਗਏ। ਉੱਥੇ ਸਭ ਤੋਂ ਪਹਿਲੇ ਸੈਂਟੈਂਸ ਵਿੱਚ ਉਹ ਕਹਿ ਰਿਹਾ ਕਿ ਲਾਈਕ ਐਕੋਲੋਜੀਕਲ ਮਿਸਟੇਕਸ ਹੋ ਰਹੀਆਂ, ਓਸ਼ਨਸ ਬਾਰੇ ਗੱਲ ਹੋ ਰਹੀ ਹੈ ਅਤੇ ਲੋਟਸ ਆਫ ਫੂਡ। ਆਹ ਦੇਖੋ ਕੁਛ ਮਿਲ ਗਿਆ ਆਪਾਂ ਨੂੰ, ਇੱਥੇ ਫੂਡ ਬਾਰੇ ਗੱਲ ਹੋ ਗਈ, ਠੀਕ ਹੈ। ਤਾਂ ਇੱਥੇ ਆਪਾਂ ਕੀਵਰਡ ਪਿਕ ਕੀਤਾ ਸੀ ਫੂਡ। ਨਾਓ ਲੈਟਸ ਗੋ ਫਰਦਰ ਡਾਊਨ, ਠੀਕ ਹੈ। ਆਪਾਂ ਅਗਲਾ ਕੀਵਰਡ ਕੀ ਸੀਗਾ, ਫਿਸ਼। ਆਹ ਦੇਖੋ ਆਪਾਂ ਨੂੰ ਮਿਲ ਗਿਆ ਫਿਸ਼ ਆਰ ਦ ਹੈਲਥੀਐਸਟ, ਚੀਪੈਸਟ ਐਂਡ ਮੋਸਟ ਇਨਵਾਇਰਮੈਂਟਲ ਫਰੈਂਡਲੀ ਸੋਰਸ ਆਫ ਐਨੀਮਲ ਪ੍ਰੋਟੀਨ। ਵੀ ਕਾਫੀ ਸਾਰਾ ਪ੍ਰੋਟੀਨ ਓਸ਼ਨ ਵਿੱਚ ਐਵੇਂ ਸਵਿਮ ਕਰ ਰਿਹਾ, ਵੀ ਆਪਾਂ ਉਹ ਖਾ ਸਕਦੇ ਹਾਂ, ਕਾਫੀ ਫੂਡ ਅਵੇਲੇਬਲ ਹੈਗਾ ਆਪਣੇ ਵਾਸਤੇ ਉਹ, ਰਾਈਟ। ਦੇਅਰ ਵੀ ਗੋ, ਆਪਾਂ ਨੂੰ ਇਹ ਮਿਲ ਗਿਆ। ਆਨਸਰ 'ਤੇ ਵਾਪਸ ਜਾਓ। ਸਟੇਟਮੈਂਟ ਏ ਵਿੱਚ ਕੀ ਕਹਿ ਰਿਹਾ, ਸ਼ਾਰਪਲੈਸ ਬਿਲੀਵਸ ਦੈਟ ਫਿਸ਼ ਸ਼ੁੱਡ ਬੀ ਯੂਜ਼ਡ ਮੋਰ ਐਜ਼ ਫੂਡ। ਅਤੇ ਇੱਥੇ ਸ਼ਾਰਪਲੈਸ ਕੀ ਕਹਿ ਰਿਹਾ ਪੈਰਾਗ੍ਰਾਫ ਵਿੱਚ ਜਦੋਂ ਆਪਾਂ ਸਕਿਮ ਕੀਤਾ, ਸ਼ਾਰਪਲੈਸ ਸੇਜ਼ ਦੈਟ ਦੇਅਰਸ ਅ ਲੋਟ ਆਫ ਅਨਯੂਜ਼ਡ ਪੋਟੈਂਸ਼ੀਅਲ ਪ੍ਰੋਟੀਨ ਸਵਿਮਿੰਗ ਇਨ ਦ ਓਸ਼ਨ। ਫਿਸ਼ ਆਰ ਦ ਹੈਲਥੀਐਸਟ, ਚੀਪੈਸਟ ਐਂਡ ਮੋਸਟ ਇਨਵਾਇਰਮੈਂਟਲ ਫਰੈਂਡਲੀ ਸੋਰਸ ਆਫ ਐਨੀਮਲ ਪ੍ਰੋਟੀਨ। If we manage the way fish are caught and choose wisely which fish we eat, there should be plenty of food. ਮਿਲ ਗਿਆ ਤੁਹਾਨੂੰ ਤੁਹਾਡਾ ਆਨਸਰ, ਪਹਿਲੇ ਪੈਰਾਗ੍ਰਾਫ ਵਿੱਚ ਹੀ ਮਿਲ ਗਿਆ, ਕਿਉਂਕਿ ਆਪਾਂ ਲਾਈਕ ਪਹਿਲੀ ਲਾਈਨ ਸਕਿਮ ਕੀਤੀ, ਰਾਈਟ। ਉੱਥੇ ਗੱਲ ਹੋ ਰਹੀ ਸੀ ਓਸ਼ਨ ਦੀ, ਗੱਲ ਹੋ ਰਹੀ ਸੀ ਫੂਡ ਦੀ, ਗੱਲ ਹੋ ਰਹੀ ਸੀ ਪ੍ਰੋਟੀਨ ਜਿਹੜਾ ਫ੍ਰੀ ਘੁੰਮ ਰਿਹਾ। ਤਾਂ ਪਹਿਲਾ ਸਟੇਟਮੈਂਟ ਆਪਾਂ ਨੂੰ ਪਹਿਲਾਂ ਹੀ ਮਿਲ ਗਿਆ, ਰਾਈਟ, ਕਿ ਇਹ ਜਿਹੜਾ ਹੈਗੀ ਸਟੇਟਮੈਂਟ ਉਹ ਰਾਈਟ ਹੈਗੀ ਹੈ। ਹੀ ਇਜ਼ ਟਾਕਿੰਗ ਕਰੈਕਟ ਕਿ ਲਾਈਕ ਦੇਅਰਸ ਕਾਫੀ ਫੂਡ ਹੈਗਾ ਉਹਦੇ ਵਿੱਚ ਅਵੇਲੇਬਲ ਓਸ਼ਨ ਵਿੱਚ, ਜੇ ਆਪਾਂ ਨੂੰ ਸਹੀ ਪਿਕ ਕਰੀਏ। ਹੁਣ ਅਗਲੀ ਸਟੇਟਮੈਂਟ ਵੇਖਦੇ ਹਾਂ ਜੋ। ਓਕੇ, ਦੂਜੀ ਸਟੇਟਮੈਂਟ ਵਿੱਚ ਉਹ ਗੱਲ ਕਰ ਰਿਹਾ ਬਲੂਫਿਨ ਟਿਊਨਾ ਦੀ, ਰੈਗੂਲੇਸ਼ਨਸ ਦੀ ਅਤੇ ਪ੍ਰੋਟੈਕਸ਼ਨ ਦੀ, ਠੀਕ ਹੈ। ਜਦੋਂ ਆਪਾਂ ਬਲੂਫਿਨ ਲਈ ਸਕੈਨ ਕੀਤਾ ਆਪਾਂ ਨੂੰ ਕਿੱਥੇ ਮਿਲੀ, ਆਹ ਵੇਖੋ ਐਟਲਾਂਟਿਕ ਕੌਡ ਐਂਡ ਬਲੂਫਿਨ ਟਿਊਨਾ। ਇੱਥੇ ਗੱਲ ਹੋ ਰਹੀ ਹੈ ਉਹਨਾਂ ਦੀ, ਰਾਈਟ। ਅਤੇ ਇਹ ਗੱਲ ਕੀ ਕਹਿ ਰਿਹਾ ਕਿ ਓਵਰਫਿਸ਼ਿੰਗ ਹੋ ਰਹੀ ਹੈ, ਉਹਨਾਂ ਦੀ ਕੋਈ ਪਾਪੂਲੇਸ਼ਨ ਨੂੰ ਕੋਈ ਸੇਫਟੀ ਨਹੀਂ ਹੈਗੀ, ਰਾਈਟ। ਤਾਂ ਕੋਈ ਰੈਗੂਲੇਸ਼ਨ ਨਹੀਂ ਹੈਗੀ, ਕੋਈ ਸੇਫਟੀ ਨਹੀਂ ਹੈਗੀ ਬਲੂਫਿਨ ਦੀ। ਤਾਂ ਜਿਹੜੀ ਇਹ ਸਟੇਟਮੈਂਟ ਹੈਗੀ ਹੈ ਇਹ ਫਾਲਸ ਹੈ, ਇਹਦੀ ਕੋਈ ਇਨਫੋਰਮੇਸ਼ਨ ਹੈ ਨਹੀਂ। ਕੈਂਸਲ ਇਟ ਆਊਟ, ਇਹਨੂੰ ਸਕ੍ਰੈਚ ਕਰ ਦਿਓ, ਬਾਹਰ ਨਿਕਲ ਗਈ ਇਹ, ਠੀਕ ਹੈ। ਹੁਣ ਅਗਲੀ ਸਟੇਟਮੈਂਟ ਚੈੱਕ ਕਰ ਲਓ, ਆ ਜਾਓ। ਅਗਲੀ ਸਟੇਟਮੈਂਟ ਵਿੱਚ ਕੀਵਰਡ ਕੀ ਹੈਗਾ, ਫੇਵਰ, ਰੈਗੂਲੇਸ਼ਨਸ ਅਤੇ ਵਾਟਰਸ। ਵੀ ਸ਼ਾਰਪਲੈਸ ਫੇਵਰ ਕਰ ਰਿਹਾ ਸਟਰੋਂਗਰ ਰੈਗੂਲੇਸ਼ਨਸ ਇੰਟਰਨੈਸ਼ਨਲ ਵਾਟਰਸ ਵਿੱਚ। ਇੱਥੇ ਕੋਈ ਰੈਗੂਲੇਸ਼ਨਸ ਦੀ ਗੱਲ ਹੋ ਰਹੀ ਹੈ ਕਿਤੇ, ਇੱਥੇ ਉਹਦੇ ਬਾਰੇ ਕੋਈ ਗੱਲ ਨਹੀਂ ਹੋ ਰਹੀ, ਠੀਕ ਹੈ। ਸ਼ਾਰਪਲੈਸ ਇੱਥੇ ਕੋਈ ਗੱਲ ਨਹੀਂ ਕਰ ਰਿਹਾ ਕਿ ਕੰਟਰੀਜ਼ ਨੂੰ ਕੋਈ ਇੱਦਾਂ ਦੇ ਰੈਗੂਲੇਸ਼ਨਸ ਬਣਾਉਣੇ ਚਾਹੀਦੇ ਆ, ਠੀਕ ਹੈ। ਤਾਂ ਇਹ 'ਤੇ ਕੱਟ ਹੀ ਮਾਰੋ। ਤਾਂ ਆਪਾਂ ਨੂੰ ਉਹ ਸਟੇਟਮੈਂਟ ਵਿੱਚ ਕੋਈ ਇਨਫੋਰਮੇਸ਼ਨ ਨਹੀਂ ਮਿਲੀ, ਆਪਾਂ ਉਹਨੂੰ ਕੱਟ ਕਰਤਾ। ਹੁਣ ਆਪਾਂ ਅਗਲੀ ਸਟੇਟਮੈਂਟ 'ਤੇ ਆ ਜਾਓ, ਠੀਕ ਹੈ। ਹੁਣ ਅਗਲੀ ਸਟੇਟਮੈਂਟ ਵਿੱਚ ਆਪਾਂ ਕੀਵਰਡਸ ਕੀ ਪਿਕ ਕਰ ਰਹੇ ਹਾਂ, ਫਿਸ਼ਿੰਗ, ਸਾਲਮਨ, ਵੇਸਟ ਆਫ ਰੀਸੋਰਸਿਸ। ਓਕੇ, ਤਾਂ ਹੁਣ ਆਪਾਂ ਸਕਿਮ ਕਰਨਾ ਇਹ ਇਨਫੋਰਮੇਸ਼ਨ ਲਈ ਕਿ ਜਿਹੜੀ ਸੈਮਨ ਹੈਗੀ ਹੈ ਇਹ ਜਿਹਦੀ ਫਿਸ਼ਿੰਗ ਕੋਈ ਫਾਇਦੇਮੰਦ ਹੈ ਕਿ ਨਹੀਂ ਹੈਗੀ ਫਾਇਦੇਮੰਦ, ਰਾਈਟ। ਹੁਣ ਆਪਾਂ ਅਗਲੇ ਪੈਰਾਗ੍ਰਾਫ ਨੂੰ ਚੈੱਕ ਕਰਦੇ ਹਾਂ, ਉੱਥੇ ਆਪਾਂ ਨੂੰ ਕੀ ਇਨਫੋਰਮੇਸ਼ਨ ਮਿਲ ਰਹੀ ਹੈ। ਲੈਟਸ ਹੈਵ ਅ ਲੁੱਕ। ਓਕੇ, ਹੁਣ ਆਪਾਂ ਅਗਲੇ ਪੈਰਾਗ੍ਰਾਫ 'ਤੇ ਚੈੱਕ ਕਰੋ। ਪਹਿਲੀ ਸੈਂਟੈਂਸ ਪੜ੍ਹੋ, ਮੋਰ ਐਂਡ ਮੋਰ ਆਫ ਦ ਫਿਸ਼ ਅਵੇਲੇਬਲ ਐਜ਼ ਫੂਡ ਟੂਡੇ ਇਜ਼ ਫਾਰਮਡ ਦ ਰਿਜ਼ਲਟ ਆਫ ਐਕਵਾਕਲਚਰ। ਓਕੇ, ਆਪਾਂ ਨੂੰ ਇੱਥੇ ਇਨਫੋਰਮੇਸ਼ਨ ਮਿਲ ਰਹੀ ਹੈ ਜਿਹੜੀ ਆਪਾਂ ਲੱਭ ਰਹੇ ਹਾਂ। ਓਕੇ, ਇੱਥੇ ਇਹ ਕੁਛ ਗੱਲ ਹੋ ਰਹੀ ਹੈ ਕਿ ਲਾਈਕ ਫਿਸ਼ਿੰਗ ਬਾਰੇ ਗੱਲ ਹੋ ਰਹੀ ਹੈ ਕਿ ਉਹ ਕਿਵੇਂ ਇਨਕਰੀਜ਼ ਕਰ ਰਹੇ ਹਾਂ, ਰਾਈਟ। ਵੀ ਜਿਹੜੀ ਅੱਜ ਫੂਡ ਅਵੇਲੇਬਲ ਹੈਗਾ ਉਹ ਕਿਉਂ ਅਵੇਲੇਬਲ ਹੈਗਾ। ਤਾਂ ਇਹਦੇ ਵਿੱਚ ਆਪਾਂ ਨੂੰ ਸ਼ਾਇਦ ਕੁਛ ਇਨਫੋਰਮੇਸ਼ਨ ਮਿਲੇ। ਤਾਂ ਆਪਾਂ ਅਗਲੇ ਥੋੜ੍ਹਾ ਜਿਹਾ ਸਕੈਨ ਕਰੋ।
ਇੱਥੇ ਕਿਤੇ ਸਾਲਮਨ ਆ ਰਹੀ ਹੈ। ਓਕੇ, ਚੌਥੀ ਲਾਈਨ ਵਿੱਚ ਆਪਾਂ ਨੂੰ ਸੈਲਮਨ ਮਿਲ ਗਈ, ਰਾਈਟ। देयर वी गो। ਹੁਣ ਚੌਥੀ ਲਾਈਨ ਵਿੱਚ ਆ ਦੇਖੋ ਲਾਈਨ, ਅ ਫਾਰਮ ਸੈਲਮਨ ਕੈਨ ਕੰਜ਼ਿਊਮ ਐਜ਼ ਮਚ ਐਜ਼ 2 kilograms of small fish in order to produce about half a kilogram of protein। ਵੀ ਸੈਲਮਨ ਨੂੰ ਕਾਫੀ ਮੱਛੀ ਖਾਣੀ ਪੈਂਦੀ ਹੈ ਪ੍ਰੋਟੀਨ ਡਿਵੈਲਪ ਕਰਨ ਲਈ। ਉਹ ਤੋਂ ਅਗਲਾ ਸੈਂਟੈਂਸ ਕੀ ਕਹਿ ਰਿਹਾ, aquaculture should in sharpless view add protein to the planet not reduce it। ਓਕੇ, ਆਪਾਂ ਨੂੰ ਆਪਣਾ ਆਨਸਰ ਮਿਲ ਗਿਆ ਇੱਥੇ, ਕਿਉਂਕਿ ਸ਼ਾਰਪਲੈਸ ਕਹਿ ਰਿਹਾ ਕਿ ਸੈਲਮਨ ਨੂੰ ਆਪਾਂ ਨੂੰ ਨਹੀਂ ਉਗਾਉਣਾ ਚਾਹੀਦਾ ਕਿਉਂਕਿ ਆਪਾਂ ਵੇਸਟ ਕਰ ਰਹੇ ਹਾਂ ਆਪਣੇ ਰਿਸੋਰਸਿਸ ਉੱਤੇ। देयर वी गो, ਆਪਾਂ ਨੂੰ ਆਨਸਰ ਮਿਲ ਗਿਆ, 2 ਆਨਸਰ ਮਿਲ ਗਏ। ਹੁਣ ਅੱਗੇ ਪੈਸੇ ਪੜ੍ਹਨ ਦੀ ਲੋੜ ਨਹੀਂ ਹੈਗੀ, ਬੂਮ ਯੂ ਡਨ। ਤਾਂ ਸਕਿਮਿੰਗ ਇੱਦਾਂ ਕਰਨੀ ਹੈ, ਤੁਸੀਂ ਪਹਿਲੀ ਲਾਈਨ ਪੜ੍ਹੋ, ਦੇਖੋ ਉਹਦੇ 'ਚ ਪੈਰਾਗ੍ਰਾਫ 'ਚ ਗੱਲ ਕੀ ਹੋ ਰਹੀ ਹੈ। ਜੇ ਉਹ ਪੈਰਾਗ੍ਰਾਫ ਰਿਲੇਟਡ ਹੈਗਾ ਤੁਹਾਡੀ ਇਨਫੋਰਮੇਸ਼ਨ ਦੀ ਜਿਹੜੀ ਤੁਸੀਂ ਲੱਭ ਰਹੇ ਹੋ, ਗੋ ਫॉर ਇਟ, ਉਹਨੂੰ ਅੱਗੇ ਰੀਡ ਕਰੋ। ਜੇ ਉੱਥੇ ਇਨਫੋਰਮੇਸ਼ਨ ਨਹੀਂ ਹੈਗੀ, ਬੂਮ ਅਗਲੇ 'ਤੇ ਚੱਲੋ, ਅਗਲਾ ਪੈਰਾਗ੍ਰਾਫ ਰੀਡ ਕਰੋ, ਉਹਦੇ ਸੈਂਟੈਂਸ ਪਹਿਲਾਂ ਚੈੱਕ ਕਰੋ ਕਿ ਉੱਥੇ ਕੁਝ ਇਨਫੋਰਮੇਸ਼ਨ ਹੋ ਸਕਦੀ ਤੁਹਾਡੇ ਉਹਦੇ ਜਿਹੜੀ ਤੁਸੀਂ ਲੱਭ ਰਹੇ ਹੋ। ਜੇ ਨਹੀਂ ਹੈਗੀ ਤਾਂ ਉਹ ਤੋਂ ਅਗਲੇ 'ਤੇ ਚੱਲੋ। ਤਾਂ ਦੈਟਸ ਹਾਊ ਯੂ ਡੂ ਸਕਿਮਿੰਗ। ਪਹਿਲਾ ਸੈਂਟੈਂਸ ਤੇ ਆਖਰੀ ਸੈਂਟੈਂਸ, ਤਾਂ ਕਿ ਤੁਹਾਨੂੰ ਪਤਾ ਲੱਗੇ ਕਿ ਪੈਰਾਗ੍ਰਾਫ 'ਚ ਹੋ ਕੀ ਰਿਹਾ। ਸਾਰਾ ਪੈਰਾਗ੍ਰਾਫ ਪੜ੍ਹਨ ਦੀ ਲੋੜ ਨਹੀਂ ਹੈਗੀ, ਤੁਸੀਂ ਕੀਵਰਡ ਤੁਹਾਡੇ ਕੋਲ ਮਿਲ ਗਏ, ਰਾਈਟ। ਤਾਂ ਦੈਟਸ ਹਾਊ ਯੂ ਡੂ ਸਕਿਮਿੰਗ। ਤੇ ਫਾਈਨਲੀ ਕੀਵਰਡ ਸਿਲੈਕਸ਼ਨ, ਦਿਸ ਇਜ਼ ਦ ਮੋਸਟ ਇੰਪੋਰਟੈਂਟ ਪਾਰਟ, ਠੀਕ ਹੈ। ਇਹ ਤੇ ਮੈਂ ਇੰਨਾ ਸਟ੍ਰੈਸ ਨਹੀਂ ਦੇ ਸਕਦਾ ਕਿ ਜੇ ਤੁਹਾਡੇ ਕੀਵਰਡ ਸਹੀ ਨਹੀਂ ਹੈਗੇ ਨਾ, ਤੁਹਾਡੀ ਸਾਰੀ ਸਟ੍ਰੈਟਜੀ ਫੇਲ ਹੈ, ਠੀਕ ਹੈ। ਮੇਕ ਸ਼ੋਰ ਯੂ ਪਿਕ ਦ ਰਾਈਟ ਕੀਵਰਡਸ। ਜੇ ਗਲਤ ਕੀਵਰਡ ਪਿਕ ਕੀਤੇ ਤੁਸੀਂ ਆਪਣਾ ਟਾਈਮ ਬਹੁਤ ਵੇਸਟ ਕਰੋਗੇ। ਤਾਂ ਹੁਣ ਮੈਂ ਤੁਹਾਨੂੰ ਦੱਸਾਂਗਾ ਆਪਾਂ ਵੀ ਕੀਵਰਡ ਸਿਲੈਕਸ਼ਨ ਕਿਵੇਂ ਕਰ ਸਕਦੇ ਹਾਂ। ਲੈਟਸ ਹੈਵ ਅ ਲੁੱਕ ਐਟ ਦਿਸ ਐਗਜ਼ਾਮਪਲ। ਓਕੇ, ਹੁਣ ਇਹ ਐਗਜ਼ਾਮਪਲ ਵਿੱਚ ਤੁਹਾਡੇ ਤੋਂ ਕੀ ਪੁੱਛਿਆ ਗਿਆ ਕਿ ਇਹ ਪੈਸੇਜ ਕਿਹੜੀ ਚੀਜ਼ ਬਾਰੇ ਹੈਗਾ, ਵੀ ਇਹਦਾ ਮੂਲ ਤੱਤ ਕੀ ਹੈ, ਰਾਈਟ, ਵੀ ਇਹਦਾ ਓਵਰਆਲ ਮੀਨਿੰਗ ਕੀ ਹੈ। ਤਾਂ ਹੁਣ ਆਪਾਂ ਕਿਵੇਂ ਡੀਲ ਕਰਨਾ, ਸਭ ਤੋਂ ਪਹਿਲਾਂ ਲੈਟਸ ਪਿਕ ਆਊਟ ਦ ਕੀਵਰਡਸ, ਠੀਕ ਹੈ। ਜਿਹੜੇ ਆਪਾਂ ਨੂੰ ਆਨਸਰ ਮਿਲੇ ਨਾ ਉਹਦੇ 'ਚ ਕੀਵਰਡਸ ਪਿਕ ਕਰਦੇ ਹਾਂ। ਲੈਟਸ ਹੈਵ ਅ ਲੁੱਕ। ਸਭ ਤੋਂ ਪਹਿਲਾਂ ਚੱਕ ਲਓ ਨੈਚੁਰਲ ਡਿਜ਼ਾਸਟਰਸ, ਠੀਕ ਹੈ। ਫਿਰ ਫਲੱਡਸ ਲੈ ਲਓ, ਫਿਰ ਡਰੌਟਸ ਲੈ ਲਓ। ਉਸ ਤੋਂ ਬਾਅਦ ਤੁਸੀਂ ਵੇਖ ਸਕਦੇ ਹੋ ਅਫੈਕਟ ਲਾਈਫ ਚੱਕ ਲਈ, ਰਾਈਟ। ਤੇ ਫਿਰ ਫਾਈਨਲੀ ਆਪਾਂ ਦੇਖ ਸਕਦੇ ਹਾਂ ਲੋਕਲ ਕਲਾਈਮੇਟ, ਦੈਟਸ ਅ ਕੀਵਰਡ, ਤੇ ਰਿਸੋਰਸਿਸ। ਤਾਂ ਹੁਣ ਆਪਾਂ 3-4 ਚੀਜ਼ਾਂ ਲਈ ਸਕੈਨ ਕਰ ਰਹੇ ਹਾਂ। ਓਕੇ, ਇੱਕ ਚੀਜ਼ ਨੋਟਿਸ ਕਰਿਓ, ਜਿਹੜੀ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੋਊਗੀ ਨਾ ਇਹਦੇ ਵਿੱਚ ਮਲਟੀਪਲ ਚੋਇਸ ਕੁਐਸਚਨਸ ਵਿੱਚ, ਉੱਦਾਂ ਮਿਲੂਗੀ ਜਿੱਦਾਂ ਪੈਸੇਜ ਰਨ ਕਰਦਾ ਹੈ, ਉਹ ਉੱਪਰ ਥੱਲੇ ਨਹੀਂ ਹੋਊਗੀ, ਠੀਕ ਹੈ। ਉਹ ਇਨਫੋਰਮੇਸ਼ਨ ਤੁਹਾਨੂੰ ਮਿਲੂਗੀ, ਤੁਸੀਂ ਉਹਨੂੰ ਕਾਟ ਹੀ ਮਾਰ ਸਕਦੇ ਹੋ ਜੋ ਇਨਫੋਰਮੇਸ਼ਨ ਤੁਹਾਨੂੰ ਨਹੀਂ ਮਿਲ ਰਹੀ। ਤਾਂ ਡੋਂਟ ਵੇਸਟ ਟਾਈਮ ਕਿ ਉੱਤੇ ਜਾ ਕੇ ਚੈੱਕ ਕਰਨ ਦੀ, ਕਿਤੇ ਉੱਤੇ ਤਾਂ ਨਹੀਂ ਰਹਿ ਗਿਆ। ਜੇ ਉੱਤੇ ਹੈ ਨਹੀਂ, ਤੁਹਾਨੂੰ ਮਿਲਿਆ ਨਹੀਂ, ਉਹਦਾ ਮਤਲਬ ਉਹ ਉੱਤੇ ਨਹੀਂ ਹੈਗਾ। ਜੇ ਥੱਲੇ ਨਹੀਂ ਹੈਗਾ, ਦਾ ਮਤਲਬ ਉਹ ਆਨਸਰ ਹੈ ਹੀ ਨਹੀਂ ਇਹਦੇ 'ਚ, ਪੈਸੇਜ ਵਿੱਚ ਉਹਨੂੰ ਕੱਟ ਦਿਓ, ਠੀਕ ਹੈ। ਲੈਟਸ ਹੈਵ ਅ ਲੁੱਕ ਨਾਓ। ਸਭ ਤੋਂ ਪਹਿਲਾਂ ਆ ਗਿਆ ਆਪਾਂ ਨੂੰ ਆਪਸ਼ਨ ਨੈਚੁਰਲ ਡਿਜ਼ਾਸਟਰਸ। ਆਪਾਂ ਨੂੰ ਕਿਤੇ ਨੈਚੁਰਲ ਡਿਜ਼ਾਸਟਰਸ ਇੱਥੇ ਮਿਲ ਰਿਹਾ ਨਹੀਂ। ਨੈਚੁਰਲ ਡਿਜ਼ਾਸਟਰਸ ਆ ਪੈਸੇਜ ਵਿੱਚ ਇਟਸ ਅ ਸਿਨੋਨਿਮ, ਲਾਈਕ ਓਵਰਆਲ ਟੋਨ ਹੈਗੀ ਹੈ ਨੈਚੁਰਲ ਡਿਜ਼ਾਸਟਰ ਦੀ, ਰਾਈਟ। ਆਪਾਂ ਗੱਲ ਕਰ ਰਹੇ ਹਾਂ ਕਿ ਬਾੜ ਆ ਗਈ ਜਾਂ ਫਲੱਡ ਆ ਗਿਆ, ਤਾਂ ਇੱਕ ਸਿਨੋਨਿਮ ਹੈਗਾ, ਜਾਂ ਆਈ ਗੈਟ ਇਟ, ਪਰ ਬੜਾ ਜੈਨਰਿਕ ਜਿਹਾ ਹੋ ਗਿਆ। ਤਾਂ ਇਟ ਡਜ਼ਨਟ ਮੈਟਰ ਕਿ ਲਾਈਕ ਇਹ ਆਨਸਰ ਨਹੀਂ ਆਪਣਾ ਹੋਊਗਾ ਕਾਊਂਟ, ਕਿਉਂਕਿ ਬਹੁਤ ਜ਼ਿਆਦਾ ਵੇਗ ਹੈ, ਠੀਕ ਹੈ। ਉਸ ਤੋਂ ਬਾਅਦ ਅਗਲਾ ਵਾਲਾ ਚੈੱਕ ਕਰੋ। ਅਗਲਾ ਕੀ ਆ, ਫਲੱਡਸ ਐਂਡ ਡਰੌਟਸ। ਫਲੱਡਸ ਐਂਡ ਡਰੌਟਸ ਦੀ ਕਿਤੇ ਗੱਲ ਹੋ ਰਹੀ ਹੈ, ਯਪ ਦੂਜੀ ਲਾਈਨ ਵਿੱਚ ਫਲੱਡਸ ਦਿਖ ਰਿਹਾ ਆਪਾਂ ਨੂੰ, ਰਾਈਟ, ਕਿ ਲਾਈਕ ਫਲੱਡਸ ਆ ਰਹੇ ਆ ਅਤੇ ਉਹ ਸਵੀਪ ਅਵੇ ਕਰ ਰਹੇ ਸਾਰਾ ਕੁਛ। ਇਹ ਪੈਸੇਜ ਸਿਰਫ ਫਲੱਡਸ ਐਂਡ ਡਰੌਟਸ ਬਾਰੇ ਹੈਗਾ? ਆਈ ਡੋਂਟ ਥਿੰਕ ਸੋ। ਇਹ ਵੀ ਕਾਫੀ ਵੇਗ ਹੈ, ਰਾਈਟ, ਕਿ ਪੂਰਾ ਪੈਸੇਜ ਇਕੱਲਾ ਫਲੱਡਸ ਐਂਡ ਡਰੌਟਸ ਦਾ ਤਾਂ ਨਹੀਂ ਹੈਗਾ। ਹੁਣ ਅਗਲੀਆਂ ਲਾਈਨਾਂ ਸਕੈਨ ਕਰਦੇ ਹਾਂ ਆਪਾਂ, ਅਗਲਾ ਆਨਸਰ ਚੈੱਕ ਕਰਦੇ ਹਾਂ ਕੀ ਮਿਲ ਰਿਹਾ ਇੱਥੇ। ਅਗਲੇ ਆਨਸਰ ਵਿੱਚ ਕੀ ਕਹਿ ਰਿਹਾ, ਹਾਊ ਫਲੱਡਸ ਐਂਡ ਡਰੌਟਸ ਅਫੈਕਟ ਲਾਈਫ ਔਨ ਅਰਥ। ਓਕੇ, ਫਲੱਡਸ ਐਂਡ ਡਰੌਟਸ ਕਿਤੇ ਆਪਾਂ ਨੂੰ ਮਿਲਿਆ? ਓਕੇ, ਡਰੌਟ ਮਿਲ ਗਿਆ, ਡਿਊਰਿੰਗ ਡਰੌਟਸ ਇਨ ਪੂਅਰ ਕੰਟਰੀਜ਼, ਠੀਕ ਹੈ। ਉਸ ਤੋਂ ਬਾਅਦ ਆਪਾਂ ਨੂੰ ਮਿਲ ਰਿਹਾ ਲਾਈਫ ਔਨ ਅਰਥ, ਪੀਪਲ ਡਾਈ ਫਰਮ ਲੈਕ ਆਫ ਫੂਡ ਐਂਡ ਕਲੀਨ ਵਾਟਰ। ਪੀਪਲ ਲਾਈਫ ਹੋਗੀ ਤਾਂ ਸਿਨੋਨਿਮ ਹੈ, ਰਾਈਟ, ਕਿ ਲਾਈਫ ਔਨ ਅਰਥ ਕੀ ਹੁੰਦਾ, ਪੀਪਲ, ਠੀਕ ਹੈ। ਤਾਂ ਦੇਵੀ ਗੋ ਆਪਾਂ ਨੂੰ ਉਹ ਮਿਲ ਗਿਆ। ਉਸ ਤੋਂ ਬਾਅਦ ਉਹਦੇ ਆਪਾਂ ਇਫੈਕਟ ਦੇਖ ਰਹੇ ਹਾਂ। ਇਫੈਕਟ ਕੀ ਹੈ, ਲੋਕੀ ਮਾਰ ਰਹੇ ਹਾਂ, ਤਾਂ ਉਹ ਇਫੈਕਟ ਹੈਗਾ। ਓਕੇ, ਦਿਸ ਕੁਡ ਬੀ ਅ ਪੋਟੈਂਸ਼ੀਅਲ ਆਨਸਰ, ਠੀਕ ਹੈ। ਇਹ ਡੀਟੇਲ ਹੈਗੀ ਹੈ ਇੱਕ, ਆਪਾਂ ਨੂੰ ਇਹ ਆਨਸਰ ਦੇ ਇੱਕ ਆਪਸ਼ਨ ਹੈਗਾ ਸੀ ਦਾ, ਰਾਈਟ। ਓਕੇ, ਹੁਣ ਅਗਲਾ ਸੈਂਟੈਂਸ ਆ ਜਾਓ, ਡੀ, ਹਾਊ ਫਲੱਡ ਐਂਡ ਡਰੌਟ ਡਿਪੈਂਡਸ ਔਨ ਲੋਕਲ ਕਲਾਈਮੇਟ ਐਂਡ ਰਿਸੋਰਸਿਸ। ਜਿਹਦਾ ਫਾਈਨਲ ਸੈਂਟੈਂਸ ਹੈਗਾ, ਦ ਐਕਸਟੈਂਟ ਟੂ ਵਿਚ ਪੀਪਲ ਆਰ ਅਫੈਕਟਡ ਬਾਈ ਫਲੱਡ ਔਰ ਡਰੌਟ ਡਿਪੈਂਡਸ ਔਨ ਲੋਕਲ ਕਲਾਈਮੇਟ ਐਂਡ ਰਿਸੋਰਸਿਸ ਅਵੇਲੇਬਲ ਟੂ ਕੰਬੈਟ ਦ ਇਫੈਕਟਸ। ਓਕੇ, ਆਪਾਂ ਨੂੰ ਸੀ ਐਂਡ ਡੀ ਦੇ ਆਪਸ਼ਨਸ ਮਿਲ ਗਏ, ਰਾਈਟ, ਕਿ ਹਾਂ ਇਹਨਾਂ ਦੋਨਾਂ 'ਚ ਆਪਾਂ ਕੀ ਪਿਕ ਕਰਨਾ ਹੈ। ਓਵਰਆਲ ਪੈਸੇਜ ਕੀ ਕਹਿ ਰਿਹਾ? ਓਵਰਆਲ ਪੈਸੇਜ ਇਹ ਕਹਿ ਰਿਹਾ ਕਿ ਜਿਹੜੇ ਨੈਚੁਰਲ ਡਿਜ਼ਾਸਟਰਸ ਹੋ ਰਹੇ ਆ, ਵੀ ਬਾੜ ਆ ਗਈ ਜਾਂ ਸੋਕਾ ਪੈ ਗਿਆ, ਉਹਦੇ ਨਾਲ ਲਾਈਫ ਨੂੰ ਇਫੈਕਟ ਹੋ ਰਿਹਾ, ਰਾਈਟ। ਜਿਹੜਾ ਆਖਰੀ ਸੈਂਟੈਂਸ ਹੈਗਾ, ਸੈਂਟੈਂਸ ਡੀ, ਜਿਹਦੇ ਵਿੱਚ ਉਹ ਗੱਲ ਕਰ ਰਿਹਾ ਕਿ ਲਾਈਕ ਲੋਕਲ ਕਲਾਈਮੇਟ ਕਰਕੇ ਹੋ ਰਿਹਾ, ਉਹ ਓਵਰਆਲ ਆਨਸਰ ਦੇ ਵਿੱਚ ਇੱਕ ਡੀਟੇਲ ਹੈ, ਰਾਈਟ, ਉਹ ਪੂਰਾ ਆਨਸਰ ਨਹੀਂ ਹੈਗਾ ਇਨ ਇਟਸੈਲਫ। ਤਾਂ ਦੇयर ਵੀ ਗੋ, ਵੀ ਵਿਲ ਪਿਕ ਆਨਸਰ ਸੀ, ਕਿਉਂਕਿ ਜਿਹੜਾ ਡੀ ਹੈ ਉਹ ਕਾਫੀ ਡੀਟੇਲਡ ਹੈਗਾ। ਆਨਸਰ ਜਿਹੜਾ ਏ ਅਤੇ ਬੀ ਹੈਗਾ
ਉਹਦੇ ਵਿੱਚ ਬਾਹਲਾ ਵੇਗ ਹੈ, ਜਿਹੜਾ C ਹੈ ਉਹ ਓਵਰਆਲ ਦੱਸ ਰਿਹਾ ਲਾਈਕ ਮੂਲ ਤੱਤ ਕੀ ਹੈ। ਤਾਂ ਮੇਕ ਸ਼ੋਰ ਲਾਈਕ ਆਪਾਂ ਇੱਦਾਂ ਸਕੈਨ ਕਰੀਏ ਕੀਵਰਡਸ ਨਾਲ। ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਕੀਵਰਡਸ ਨੇ ਕਿਵੇਂ ਸਕੈਨ ਕਰਨਾ। ਹੁਣ ਨਾਓ ਲੈਟਸ ਲੁੱਕ ਐਟ ਦ ਫਾਈਨਲ ਟੈਕਨੀਕ ਵੀ ਆਪਾਂ ਮਲਟੀਪਲ ਚੋਇਸ ਕੁਐਸਚਨਸ ਨੂੰ ਕਿਵੇਂ ਡੀਲ ਕਰਨਾ। ਠੀਕ ਹੈ, ਦੇਰਸ ਅ ਸਟੈਪ ਬਾਈ ਸਟੈਪ ਟੈਕਨੀਕ ਜਿਹੜੀ ਆਪਾਂ ਯੂਜ਼ ਕਰਨੀ ਆ। ਤਾਂ ਲੈਟਸ ਗੈਟ ਸਟਾਰਟਡ ਵਿਦ ਦੈਟ। ਸਟੈਪ ਨੰਬਰ 1, ਨੋਟ ਦ ਇੰਸਟਰਕਸ਼ਨਸ ਨੂੰ ਚੰਗੀ ਤਰ੍ਹਾਂ ਪੜ੍ਹੋ। ਤੁਹਾਨੂੰ ਪੁੱਛਿਆ ਕੀ ਗਿਆ ਕੁਐਸਚਨ ਵਿੱਚ। ਜੇ ਤੁਹਾਨੂੰ ਪਤਾ ਨਹੀਂ ਤੁਹਾਨੂੰ ਪੁੱਛਿਆ ਕੀ ਗਿਆ, ਤੁਹਾਡਾ ਆਨਸਰ ਗਲਤ ਹੋਊਗਾ। ਇਹ ਸਿੱਧੀ ਜੀ ਗੱਲ ਹੈ। ਜੇ ਤੁਹਾਡੇ ਕੋਲ ਨਕਸ਼ਾ ਨਹੀਂ ਹੈਗਾ ਕਿਤੇ ਜਾਣ ਦਾ ਨਾ, ਤੁਸੀਂ ਕਿਤੇ ਹੋਰ ਪਹੁੰਚ ਜਾਓਗੇ। ਉਸ ਤੋਂ ਬਾਅਦ ਨੰਬਰ 2, ਪੈਸੇਜ ਨੂੰ ਸਕਿਮ ਰੀਡ ਕਰ ਲਓ। ਠੀਕ ਹੈ, ਜਿੰਨੇ ਵੀ ਉਹਦੇ 'ਚ ਹੈਗੇ ਨਾ ਪੈਰਾਗ੍ਰਾਫਸ, ਪਹਿਲਾ ਸੈਂਟੈਂਸ ਆਖਰੀ ਸੈਂਟੈਂਸ ਨੂੰ ਮਾੜਾ ਜਿਹਾ ਦੇਖਿਆ, ਨਿਗਾਹ ਮਾਰੀ ਉਹ 'ਤੇ ਛੇਤੀ ਤੁਹਾਨੂੰ, ਤਾਂ ਕਿ ਪੂਰੇ ਪੈਸੇਜ ਦੀ ਇੱਕ ਨਾ ਇਨਫੋਰਮੇਸ਼ਨ ਜੀ ਹੋ ਜਾਏ ਕਿ ਲਾਈਕ ਪੈਸੇਜ ਵਿੱਚ ਹੈ ਕੀ, ਕਿਹੜੇ ਆਨਸਰਸ ਕਿੱਥੇ ਹੋਣਗੇ। ਸ਼ਾਇਦ ਥੋੜ੍ਹੀ ਜਿਹੀ ਨਾ ਜਾਣਕਾਰੀ ਮਿਲ ਜੂਗੀ ਲਾਈਕ ਕਿੱਥੇ ਲੱਭਣਾ, ਆਪਾਂ ਸਕੈਨਿੰਗ ਕਿੱਥੋਂ ਕਰਨੀ ਆ। ਠੀਕ ਹੈ, ਕੀਵਰਡਸ ਆਪਾਂ ਕਿੱਥੇ ਸਕੈਨ ਕਰਨੇ ਆ। ਤਾਂ ਦੈਟ ਵਿਲ ਹੈਲਪ ਯੂ ਵਿਦ ਦੈਟ। ਜਦੋਂ ਤੁਹਾਡੀ ਉਹ ਹੋਗੀ, ਉਸ ਤੋਂ ਅਗਲਾ ਸਟੈਪ ਹੈਗਾ ਐਸ ਕਰਨ ਦੀ ਕੋਸ਼ਿਸ਼ ਕਰੋ ਵੀ ਆਨਸਰ ਕਿੱਥੇ ਹੋ ਸਕਦਾ, ਕਿਉਂਕਿ ਤੁਸੀਂ ਸਕਿਮ ਰੀਡ ਤਾਂ ਕਰ ਲਿਆ ਪੈਸੇਜ ਨੂੰ। ਹੁਣ ਜੇ ਤੁਹਾਨੂੰ ਲਾਈਕ ਥੋੜ੍ਹਾ ਜਿਹਾ ਤੱਕ ਹੈਗਾ ਨਾ ਵੀ ਲਾਈਕ ਆਨਸਰ ਸ਼ਾਇਦ ਇੱਥੇ ਹੋਵੇ, ਵੀ ਮੰਨ ਲਓ ਪੈਸੇਜ ਵਿੱਚ ਪੈਰਾਗ੍ਰਾਫ 3 ਵਿੱਚ ਸ਼ਾਇਦ ਆਨਸਰ ਹੈਗਾ, ਤਾਂ ਉੱਥੋਂ ਸਟਾਰਟ ਕਰਨਾ ਸਕੈਨ ਕਰੋ। ਠੀਕ ਹੈ, ਇਹਦੇ ਨਾਲ ਥੋੜ੍ਹਾ ਟਾਈਮ ਬਚੂਗਾ। ਤਾਂ ਇਹ ਜਿਹੜੀ ਸਕਿੱਲ ਹੈਗਾ ਇਹਨੂੰ ਥੋੜ੍ਹਾ ਡਿਵੈਲਪ ਕਰੋ ਵਿਦ ਟਾਈਮ, ਵਿਦ ਪ੍ਰੈਕਟਿਸ, ਇਹ ਤੁਹਾਡਾ ਹੋ ਜਾਊਗਾ। ਅਤੇ ਉਸ ਤੋਂ ਬਾਅਦ ਨੈਕਸਟ ਸਟੈਪ ਹੈਗਾ ਰੀਡ ਆਨਸਰਸ ਐਂਡ ਐਨਾਲਾਈਜ਼ ਵਰਡਸ ਡਿਫਰੈਂਟ। ਠੀਕ ਹੈ, ਤੁਸੀਂ ਆਨਸਰ ਵੇਖੋ, ਆਨਸਰ ਵਿੱਚ ਕੀ ਲਿਖਿਆ ਹੋਇਆ ਅਤੇ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਮਿਲੀ ਹੈ ਉਹ ਇਨਫੋਰਮੇਸ਼ਨ ਕੀ ਕਹਿ ਰਹੀ ਹੈ, ਉਹ ਮੈਚ ਹੋ ਰਹੀ ਹੈ, ਉਹਦੇ 'ਚ ਫਰਕ ਹੈਗਾ ਕੋਈ। ਜਿਹੜੀ ਇਨਫੋਰਮੇਸ਼ਨ ਤੁਹਾਨੂੰ ਪੁੱਛੀ ਗਈ ਹੈ ਅਤੇ ਜਿਹੜੀ ਇਨਫੋਰਮੇਸ਼ਨ ਉੱਤੇ ਹੈਗੀ ਆ ਲਾਈਕ ਉਹ ਉੱਥੇ ਐਗਜ਼ਿਸਟ ਵੀ ਹੋ ਰਹੀ ਹੈ ਕਿ ਨਹੀਂ। ਜੇ ਐਗਜ਼ਿਸਟ ਕਰ ਰਹੀ ਹੈ, ਆਰ ਦੇ ਐਗਜ਼ੈਕਟਲੀ ਦ ਸੇਮ, ਸਿਨੋਨਿਮਸ ਵਿੱਚ ਕੁਛ ਲਾਈਕ ਸੇਮ ਗੱਲ ਹੋ ਰਹੀ ਹੈ ਕਿ ਨਹੀਂ। ਤਾਂ ਤੁਸੀਂ ਉਹਨੂੰ ਕੰਪੇਅਰ ਕਰਨਾ ਕਿ ਹਾਂ ਵੀ ਜੇ ਇਹਨੂੰ ਆਪਾਂ ਇਹਨਾਂ ਦਾ ਇੱਕ ਦੂਜੇ ਢੰਗ ਨਾਲ ਸੋਚਿਆ ਜਾਏ, ਲਾਈਕ ਵੀ ਇਹਦੇ ਵਰਡਸ ਚੇਂਜ ਕਰਕੇ ਸਿਨੋਨਿਮਸ ਨਾਲ ਕਰਕੇ ਵੀ ਮਤਲਬ ਸੇਮ ਨਿਕਲ ਰਿਹਾ ਦੋਨਾਂ ਦਾ ਕਿ ਨਹੀਂ। ਜੇ ਮਤਲਬ ਸੇਮ ਨਿਕਲ ਰਿਹਾ ਤਾਂ ਯੂ ਹੈਵ ਯੂਰ ਆਨਸਰ, ਉਹਨੂੰ ਪਿਕ ਕਰ ਲਓ। ਜੇ ਮਤਲਬ ਨਹੀਂ ਹੈਗਾ ਸੇਮ ਤਾਂ ਕੈਂਸਲ ਦੈਟ ਆਊਟ। ਤਾਂ ਦੇयर ਯੂ ਗੋ, ਦੈਟਸ ਦ ਲਾਈਕ 5 ਸਟੈਪ ਅਪਰੋਚ ਤੁਸੀਂ ਕਿਵੇਂ ਆਨਸਰ ਕਰਨਾ। ਠੀਕ ਹੈ, ਹੁਣ ਲੈਟਸ ਲੁੱਕ ਐਟ ਅ ਫਾਈਨਲ ਐਗਜ਼ਾਮਪਲ ਕਿ ਆਪਾਂ ਇਹ ਟੈਕਨੀਕ ਨੂੰ ਕਿਵੇਂ ਯੂਜ਼ ਕਰ ਸਕਦੇ ਹਾਂ। ਓਕੇ, ਇਹ ਪੈਸੇਜ ਵਿੱਚ ਆਪਾਂ ਨੂੰ ਸਭ ਤੋਂ ਪਹਿਲਾਂ ਇੰਸਟਰਕਸ਼ਨਸ ਕੀ ਕਰ ਰਹੇ ਹਾਂ। ਉਹ ਕਹਿ ਰਹੇ ਹਨ ਚੂਜ਼ ਦ ਕਰੈਕਟ ਲੈਟਰ A, B, C ਔਰ D। ਠੀਕ ਹੈ, ਕੁਐਸਚਨਸ 1 to 5 ਵਿੱਚ ਆਪਾਂ ਸਹੀ ਆਨਸਰ ਲੱਭਣਾ। ਉਸ ਤੋਂ ਬਾਅਦ ਆਪਣਾ ਨੈਕਸਟ ਸਟੈਪ ਹੈਗਾ ਕਿ ਆਪਾਂ ਉਹਨੂੰ ਸਕਿਮ ਰੀਡ ਕਰਨਾ ਹੈ, ਰਾਈਟ। ਤਾਂ ਆਮ ਗੋਇੰਗ ਟੂ ਗਿਵ ਯੂ ਲਾਈਕ 30 ਸੈਕਿੰਡਸ ਕੁਇਕਲੀ ਆ ਪੈਰਾਗ੍ਰਾਫ ਨੂੰ ਤੁਸੀਂ ਲਾਈਕ ਇਹਨਾਂ ਦਾ ਨਾ ਸਕਿਮ ਰੀਡ ਕਰ ਦਿਓ, ਪਹਿਲਾ ਸੈਂਟੈਂਸ ਆਖਰੀ ਸੈਂਟੈਂਸ ਤੱਕ, ਤੁਹਾਨੂੰ ਪਤਾ ਲੱਗ ਜਾਏ ਕਿ ਲਾਈਕ ਇਨਫੋਰਮੇਸ਼ਨ ਕੀ ਹੈਗੀ ਪੈਸੇਜਸ ਵਿੱਚ। ਓਕੇ, ਤੁਸੀਂ ਹੁਣ ਸਕਿਮ ਰੀਡ ਕਰ ਲਿਆ। ਹੁਣ ਅਗਲਾ ਸਟੈਪ ਹੈਗਾ ਆਪਾਂ ਕੀਵਰਡ ਪਿਕ ਕਰਨੇ ਆ, ਰਾਈਟ। ਲੈਟਸ ਗੋ ਬੈਕ ਟੂ ਦ ਕੁਐਸਚਨ। ਹੁਣ ਕੁਐਸਚਨ ਨੂੰ ਦੇਖੋ ਆਪਾਂ ਕੀ ਪੁੱਛ ਰਿਹਾ ਆਪਾਂ ਤੋਂ ਉਹ। ਹਾਊ ਡੂ ਐਂਟਸ ਇਨਸ਼ੋਰ ਦੇ ਹੈਵ ਰੈਗੂਲਰ ਸਪਲਾਈਜ਼ ਆਫ ਹਨੀ ਡਿਊ। ਓਕੇ, ਤਾਂ ਇੱਥੇ ਆਪਾਂ ਕੀਵਰਡ ਕੀ ਪਿਕ ਕਰ ਸਕਦੇ ਹਾਂ। ਸਭ ਤੋਂ ਪਹਿਲਾਂ ਚੱਕ ਲਓ ਹਨੀ ਡਿਊ, ਉਸ ਤੋਂ ਬਾਅਦ ਚੱਕ ਲਓ ਸਪਲਾਈ, ਉਸ ਤੋਂ ਬਾਅਦ ਚੱਕ ਲਓ ਰੈਗੂਲਰ। ਠੀਕ ਹੈ, ਆਂਟਸ ਨਾ ਚੱਕਿਓ ਕਿਉਂਕਿ ਆਂਟਸ ਹਰੇਕ ਜਗ੍ਹਾ ਹੋਊਗਾ ਹੀ ਹੋਊਗਾ, ਰਾਈਟ। ਅਤੇ ਹੁਣ A, B, C, D ਵਿੱਚੋਂ ਆਪਾਂ ਕਿਹੜੇ ਕੀਵਰਡਸ ਚੱਕਾਂਗੇ। A ਵਿੱਚ ਆਪਾਂ ਕੀ ਚੱਕ ਲੈਣਾ, ਡੈਮੇਜ ਅਤੇ ਵਿੰਗਸ। B ਵਿੱਚ ਆਪਾਂ ਕੀ ਚੱਕਾਂਗੇ, ਏਫਿਡਸ ਅਤੇ ਕੈਮੀਕਲ। ਠੀਕ ਹੈ, C ਵਿੱਚ ਆਪਾਂ ਕੀ ਚੱਕਾਂਗੇ, ਜੂਵੀਨਲ ਏਫਿਡਸ। D ਵਿੱਚ ਆਪਾਂ ਕੀ ਕਰਾਂਗੇ, ਬਾਈਟ ਅਤੇ ਲੈਗਸ। ਓਕੇ, ਨੈਕਸਟ ਸਟੈਪ ਹੈ ਕਿ ਆਪਾਂ ਗੈਸ ਕਰਨਾ ਕਿ ਇਹਦਾ ਆਨਸਰ ਕਿੱਥੇ ਹੋ ਸਕਦਾ। ਤੁਹਾਨੂੰ ਲੱਗ ਰਿਹਾ ਪਤਾ ਲਾਈਕ ਵੀ ਕਿੱਥੇ ਹੋ ਸਕਦਾ ਇਹਦਾ ਆਨਸਰ, ਕਿਉਂਕਿ ਤੁਸੀਂ ਸਕਿਮ ਰੀਡ ਕੀਤਾ, ਰਾਈਟ ਪੈਸੇਜ। ਓਕੇ, ਪਤਾ ਲੱਗ ਗਿਆ। ਜੇ ਨਹੀਂ ਪਤਾ ਲੱਗਿਆ, ਦੂਜੇ ਪੈਰਾਗ੍ਰਾਫ ਦਾ ਪਹਿਲਾ ਸੈਂਟੈਂਸ ਪੜ੍ਹ ਕੇ ਦੇਖੋ ਕੀ ਕਹਿ ਰਿਹਾ। ਟੂ ਇਨਸ਼ੋਰ ਅ ਕੌਨਸਟੈਂਟ ਸਪਲਾਈ ਆਫ ਹਨੀ ਡਿਊ। ਤਾਂ ਆਪਾਂ ਨੂੰ ਪਹਿਲੇ ਸੈਂਟੈਂਸ ਵਿੱਚ ਸਾਰਾ ਕੁਛ ਮਿਲ ਗਿਆ, ਹਨੀ ਡਿਊ ਮਿਲ ਗਿਆ, ਠੀਕ ਹੈ, ਏਫਿਡਸ ਮਿਲ ਗਿਆ ਅਤੇ ਸਪਲਾਈ ਮਿਲ ਗਈ ਅਤੇ ਇਨਸ਼ੋਰ ਮਿਲ ਗਿਆ, ਰਾਈਟ। ਆਪਣੇ ਜਿਹੜੇ ਕੀਵਰਡਸ ਆਪਾਂ ਪਿਕ ਕੀਤੇ ਸੀਗੇ। ਤਾਂ ਹੁਣ ਉਹ ਸੈਂਟੈਂਸ ਕੀ ਕਹਿ ਰਿਹਾ ਫੁਲੀ, ਲੈਟਸ ਹੈਵ ਅ ਲੁੱਕ। To ensure a constant supply of honeydew, some ants cultivate large numbers of aphids and prevent them from straying too far away from the colony by biting and damaging, or even completely removing their wings. Okay, ਹੁਣ ਆਨਸਰ ਕੀ ਮਿਲਿਆ ਇੱਥੇ ਆਪਾਂ ਨੂੰ, ਰਾਈਟ। A is the answer, ਕਿਉਂਕਿ ਉਹ ਵਿੰਗਸ ਨੂੰ ਹਟਾ ਰਹੇ हैं ਬਿਲਕੁਲ ਹੀ। there we go, ਆਪਾਂ ਨੂੰ ਆਨਸਰ ਮਿਲ ਗਿਆ। ਕੀ ਕੀਤਾ ਆਪਾਂ, ਕੀਵਰਡਸ ਚੁੱਕੇ, ਸਕਿਮ ਕੀਤਾ ਅਤੇ ਆਪਾਂ ਸਕੈਨ ਕੀਤਾ। there we go, this is how you answer। ਜਦੋਂ ਤੁਹਾਡੇ ਕੋਲ ਕੁਐਸਚਨ ਆ ਗਿਆ, ਆਪਣੀ 5 ਸਟੈਪ ਅਪਰੋਚ ਯੂਜ਼ ਕਰੋ। ਠੀਕ ਹੈ, ਆਪਣੇ ਕੀਵਰਡਸ ਫਾਈਂਡ ਕਰ ਲਓ ਅਤੇ ਉਸ ਤੋਂ ਬਾਅਦ ਉਹਨੂੰ ਸਕੈਨ ਕਰੋ। ਯੂਜ਼ ਦੇ ਜਿਹੜੀਆਂ 3 ਟੈਕਨੀਕਾਂ ਹੈਗੀਆਂ, ਸਕੈਨਿੰਗ, ਸਕਿਮਿੰਗ ਅਤੇ ਕੀਵਰਡ ਸਿਲੈਕਸ਼ਨ, ਇਹਨੂੰ ਡਿਵੈਲਪ ਕਰੋ। ਪ੍ਰੈਕਟਿਸ ਪ੍ਰੈਕਟਿਸ ਪ੍ਰੈਕਟਿਸ, ਜਿੰਨੀ ਜ਼ਿਆਦਾ ਪ੍ਰੈਕਟਿਸ ਕਰੋਗੇ ਉਨੀ ਜ਼ਿਆਦਾ ਤੁਹਾਡੀ ਐਫੀਸ਼ੀਐਂਸੀ ਇਨਕਰੀਜ਼ ਹੋਊਗੀ, ਉਨਾ ਵਧੀਆ ਤੁਹਾਡਾ ਰਿਜ਼ਲਟ ਹੋਊਗਾ। ਤਾਂ ਆਈ ਹੋਪ ਯੂ ਲਾਈਕ ਦ ਵੀਡੀਓ, ਆਈ ਹੋਪ ਯੂ ਫਾਈਂਡ ਦਿਸ ਯੂਜ਼ਫੁਲ। ਠੀਕ ਹੈ, ਜੋ ਤੁਸੀਂ ਹੁਣ ਟੈਕਨੀਕਾਂ ਸਿੱਖੀਆਂ ਇਹ ਤੁਹਾਡੀ ਹੈਲਪ ਕਰਨ।
ਦ ਬੈਸਟ ਆਫ ਲੱਕ ਵਿਦ ਯੂਰ ਐਗਜ਼ਾਮਸ। ਜੇ ਤੁਹਾਡੇ ਕਿਸੇ ਫਰੈਂਡ ਨੂੰ ਹੈਲਪ ਚਾਹੀਦੀ ਹੈ, ਉਹਨਾਂ ਨੂੰ ਨਹੀਂ ਸਮਝ ਆ ਰਿਹਾ ਲਾਈਕ ਮਲਟੀਪਲ ਚੋਇਸ ਕਿਵੇਂ ਡੀਲ ਕਰਨਾ ਕੁਐਸਚਨਸ ਨਾਲ, ਉਹਨਾਂ ਨੂੰ ਵੀਡੀਓ ਫਾਰਵਰਡ ਕਰੋ ਤਾਂ ਕਿ ਉਹ ਵੀ ਸਿੱਖ ਸਕਣ, ਰਾਈਟ। ਤੇ ਜੇ ਤੁਹਾਡੇ ਕੋਈ ਕੁਐਸਚਨਸ ਹੈਗੇ ਪੁੱਟ them in the comment section ਤੇ I'll get back to you, right। ਤੇ ਜੇ ਤੁਹਾਨੂੰ ਵੀਡੀਓ ਪਸੰਦ ਆਈ, ਮੇਕ ਸ਼ੋਰ ਯੂ ਹਿੱਟ ਦ ਲਾਈਕ ਬਟਨ ਤੇ ਡੋਂਟ ਫੋਰਗੇਟ ਟੂ ਸ਼ੇਅਰ ਐਂਡ ਸਬਸਕ੍ਰਾਈਬ। See you in the next video.